ਮੇਰੀ ਪਤਨੀ ਹਰ ਰਾਤ ਮੇਰੇ ਲਈ ਬਹੁਤ ਹੀ ਸਵਾਦਿਸ਼ਟ ਤੇ ਨਵਾਂ-ਨਵਾਂ ਖਾਣਾ ਪਕਾਉਂਦੀ ਸੀ। ਜਦੋਂ ਮੈਂ ਰਾਤ ਨੂੰ ਦਫ਼ਤਰ ਤੋਂ ਆਉਂਦਾ ਸੀ ਤਾਂ ਮੇਰੀ ਪਤਨੀ ਡਿਨਰ ਟੇਬਲ ਤੇ ਨਵਾਂ ਸੂਟ ਪਾ ਕੇ ਮੇਰਾ ਇੰਤਜ਼ਾਰ ਕਰ ਰਹੀ ਸੀ। ਮੇਰੀ ਪਤਨੀ ਇੰਨੀ ਖੂਬਸੂਰਤ ਸੀ ਕਿ ਉਸ ਨੂੰ ਦੇਖ ਕੇ ਮੇਰੀ ਸਾਰੀ ਥਕਾਵਟ ਦੂਰ ਹੋ ਜਾਂਦੀ ਸੀ। ਦਿਨ ਬੀਤ ਰਹੇ ਸੀ। ਮੈਂ ਫਰੈਸ਼ ਹੋ ਕੇ ਆਪਣੀ ਪਤਨੀ ਨਾਲ ਰਾਤ ਦਾ ਖਾਣਾ ਖਾਂਦਾ, ਪਰ ਮੈਂ ਹੈਰਾਨ ਰਹਿ ਗਿਆ ਜਦੋਂ ਮੇਰੀ ਪਤਨੀ ਮੇਰੇ ਨਾਲ ਬੈਠਦੀ ਸੀ ਪਰ ਖਾਣਾ ਨਹੀਂ ਖਾਂਦੀ ਸੀ। ਜਦੋਂ ਮੈਂ ਉਸ ਨੂੰ ਖਾਣ ਲਈ ਕਿਹਾ ਤਾਂ ਉਸਨੇ ਮੈਨੂੰ ਦੱਸਿਆ ਕਿ ਮੈਂ ਪੀਜ਼ਾ ਆਰਡਰ ਕੀਤਾ ਹੈ, ਡਿਲੀਵਰੀ ਬॉय ਥੋੜੇ ਸਮੇਂ ਵਿੱਚ ਆ ਕੇ ਡਿਲੀਵਰ ਕਰੇਗਾ, ਮੈਂ ਉਹੀ ਖਾਵਾਂਗੀ। ਮੈਂ ਖਾਣਾ ਖਾ ਕੇ ਤੁਰੰਤ ਸੋ ਜਾਂਦਾ ਸੀ। ਡਿਲੀਵਰੀ ਬॉय ਮੇਰੇ ਸੌਣ ਤੋਂ ਬਾਅਦ ਹੀ ਮੇਰੀ ਪਤਨੀ ਨੂੰ ਪੀਜ਼ਾ ਡਿਲੀਵਰ ਕਰਨ ਲਈ ਆਉਂਦਾ ਸੀ। ਫਿਰ ਇੱਕ ਦਿਨ ਜੋ ਨਜ਼ਾਰਾ ਮੇਰੀਆਂ ਅੱਖਾਂ ਨੇ ਦੇਖਿਆ ਉਹ ਇੰਨਾ ਸ਼ਰਮਨਾਕ ਸੀ ਕਿ ਕਿਸੇ ਨੂੰ ਦੱਸਣ ਯੋਗ ਨਹੀਂ ਸੀ। ਮੇਰੀਆਂ ਬੰਦ ਅੱਖਾਂ 'ਚੋਂ ਹੰਝੂ ਵਹਿ ਰਹੇ ਸਨ। ਇਹ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ। ਜਦੋਂ ਮੇਰੀ ਪਤਨੀ ਦਾ ਹੱਥ ਫੜਿਆ ਤਾਂ ਮੈਨੂੰ ਯਕੀਨ ਹੀ ਨਹੀਂ ਆਇਆ। ਮੇਰੀਆਂ ਅੱਖਾਂ, ਮੈਂ ਕੀ ਦੇਖ ਰਿਹਾ ਸੀ ਕਿ ਮੇਰੀ ਪਤਨੀ ਰਾਤ ਨੂੰ ਸਾਡੇ ਕਮਰੇ ਵਿੱਚ ਮੇਰੀ ਮੌਜੂਦਗੀ ਵਿੱਚ ਕੀ ਕਰ ਰਹੀ ਸੀ। ਮੇਰਾ ਸਾਰਾ ਸਰੀਰ ਠੰਡਾ ਹੋ ਗਿਆ। ਮੈਨੂੰ ਲੱਗਾ ਜਿਵੇਂ ਕਿਸੇ ਨੇ ਮੇਰੇ ਸਰੀਰ 'ਚੋਂ ਜਾਨ ਕੱਢ ਲਈ ਹੋਵੇ। ਮੈਂ ਚੁੱਪਚਾਪ ਬੰਦ ਅੱਖਾਂ ਨਾਲ ਉਹਨਾਂ ਨੂੰ ਦੇਖਦਾ ਰਿਹਾ, ਉੱਥੇ ਪਿਆ ਹੋਇਆ। ਪਰ ਕਈ ਵਾਰ ਜੋ ਅੱਖਾਂ ਨਾਲ ਦੇਖਿਆ ਜਾਂਦਾ ਹੈ ਅਤੇ ਜੋ ਕੰਨਾਂ ਨਾਲ ਸੁਣਿਆ ਜਾਂਦਾ ਹੈ ਉਹ ਸੱਚ ਨਹੀਂ ਹੁੰਦਾ, ਪਰ ਸੱਚ ਉਹ ਹੁੰਦਾ ਹੈ ਜੋ ਤੁਸੀਂ ਦੇਖਦੇ ਹੋ। ਕਦੇ ਸੋਚ ਵੀ ਨਹੀਂ ਸਕਦੇ ਕਿ ਮੇਰੇ ਨਾਲ ਵੀ ਅਜਿਹਾ ਕੁਝ ਵਾਪਰਿਆ ਹੈ। ਮੈਨੂੰ ਪਤਾ ਨਹੀਂ ਸੀ ਕਿ ਮੇਰੀ ਪਤਨੀ ਕਦੋਂ ਤੋਂ ਇਹ ਖੇਡ ਖੇਡ ਰਹੀ ਹੈ। ਮੇਰੀ ਪਿੱਠ ਪਿੱਛੇ ਇਹ ਖੇਡ ਮੇਰੀ ਪਤਨੀ ਮੇਰੇ ਨਾਲ ਕਦੋਂ ਦਾ ਧੋਖਾ ਕਰ ਰਹੀ ਹੈ। ਪਰ ਮੈਂ ਆਪਣੀ ਪਤਨੀ ਦੀ ਅੰਤ ਸੀਮਾ ਦੇਖਣਾ ਚਾਹੁੰਦਾ ਸੀ। ਮੇਰੀ ਪਤਨੀ ਇਹ ਸੋਚ ਰਹੀ ਸੀ ਕਿ ਮੈਂ ਸੋ ਰਿਹਾ ਸੀ। ਉਹ ਮੇਰੀ ਮੌਜੂਦਗੀ ਵਿੱਚ ਕਿਸੇ ਹੋਰ ਮੁੰਡੇ ਨਾਲ ਬੈਠੀ ਸੀ। ਉਹ ਦੋਵੇਂ ਇਕੱਠੇ ਸੋਫੇ 'ਤੇ ਬੈਠੇ ਸਨ ਮੇਰੇ ਸਾਹਮਣੇ, ਅਤੇ ਉਹ ਜੋ ਕੁਝ ਕਰ ਰਹੇ ਸਨ ਮੈਂ ਸ਼ਰਮ ਨਾਲ ਅੱਖਾਂ ਬੰਦ ਕਰ ਲਈਆਂ। ਮੈਂ ਆਪਣੀ ਪਤਨੀ ਸ਼ਿਲਪਾ 'ਤੇ ਕਿੰਨਾ ਭਰੋਸਾ ਕਰਦਾ ਸੀ, ਪਰ ਬਦਲੇ ਵਿੱਚ ਉਸਨੇ ਮੇਰੇ ਨਾਲ ਕੀ ਕੀਤਾ। ਮੇਰੀ ਸਾਰੀ ਰਾਤ ਨੀਂਦ ਨਾ ਆਈ। ਉਹ ਮੁੰਡਾ ਮੇਰੀ ਪਤਨੀ ਨਾਲ ਕੁਝ ਸਮਾਂ ਬਿਤਾਉਣ ਤੋਂ ਬਾਅਦ ਵਾਪਸ ਚਲਾ ਗਿਆ, ਪਰ ਜਾਣ ਵੇਲੇ ਉਹ ਮੇਰੀ ਜ਼ਿੰਦਗੀ ਦੀ ਸ਼ਾਂਤੀ ਨੂੰ ਭੰਗ ਕਰ ਗਿਆ ਸੀ। ਉਸਨੇ ਮੇਰੀ ਪਿੱਠ ਤੇ ਛੁਰਾ ਮਾਰਿਆ। ਦੁਨੀਆ ਉਸ ਨੂੰ ਬਹੁਤ ਵਧੀਆ ਸਮਝਦੀ ਸੀ, ਇਸ ਲਈ ਮੈਨੂੰ ਉਸ ਨੂੰ ਗਲਤ ਸਾਬਤ ਕਰਨ ਲਈ ਕੁਝ ਸਬੂਤਾਂ ਦੀ ਜ਼ਰੂਰਤ ਸੀ। ਉਸ ਸਮੇਂ ਉਸ ਨੂੰ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੈਂ ਉਸ ਦੀ ਸੱਚਾਈ ਜਾਣਦਾ ਹਾਂ, ਇਸ ਲਈ ਮੈਂ ਸੌਣ ਦਾ ਨਾਟਕ ਕੀਤਾ ਉਸ ਦੇ ਸਾਹਮਣੇ ਅਤੇ ਆਮ ਦਿਨਾਂ ਵਾਂਗ ਸਵੇਰੇ ਉੱਠਿਆ। ਪਰ ਅੱਜ ਦੀ ਸਵੇਰ ਮੇਰੇ ਲਈ ਬਹੁਤ ਵੱਖਰੀ ਸੀ, ਕਿਉਂਕਿ ਹੁਣ ਮੇਰੀ ਜ਼ਿੰਦਗੀ ਵਿੱਚ ਕੁਝ ਵੀ ਪਹਿਲਾਂ ਵਾਂਗ ਨਹੀਂ ਸੀ। ਮੇਰੀ ਪਿਆਰੀ ਪਤਨੀ ਸ਼ਿਲਪਾ ਦਾ ਚਿਹਰਾ ਪਹਿਲਾਂ ਵਾਂਗ ਨਹੀਂ ਸੀ ਲੱਗ ਰਿਹਾ, ਜਿਸ ਨੂੰ ਵੇਖ ਕੇ ਸਵੇਰੇ ਉੱਠਦਾ ਸੀ। ਮੈਂ ਉਸ ਨੂੰ ਦੇਖ ਕੇ ਖੁਸ਼ ਹੁੰਦਾ ਸੀ। ਅੱਜ ਹੱਸ ਰਹੀ ਸੀ। ਜਦੋਂ ਉਹ ਮੇਰੇ ਨੇੜੇ ਆਈ ਤਾਂ ਮੈਂ ਉਸ ਨੂੰ ਆਪਣੇ ਤੋਂ ਦੂਰ ਧੱਕਾ ਦਿੱਤਾ। ਮੈਂ ਨਹਾਉਣ ਲਈ ਬਾਥਰੂਮ ਗਿਆ, ਕਿਉਂਕਿ ਬੀਤੀ ਰਾਤ ਮੇਰੇ ਤੇ ਆਈ ਤਬਾਹੀ ਦਾ ਕਾਰਨ ਸਾਡਾ ਰਿਸ਼ਤਾ ਪਹਿਲਾਂ ਵਰਗਾ ਕਦੇ ਵੀ ਨਹੀਂ ਸੀ ਹੋ ਸਕਦਾ। ਜਦੋਂ ਮੈਂ ਬਾਅਦ ਵਿੱਚ ਬਾਹਰ ਆਇਆ ਨਹਾ ਕੇ, ਸ਼ਿਲਪਾ ਮੇਰਾ ਇੰਤਜ਼ਾਰ ਕਰ ਰਹੀ ਸੀ। ਮੈਨੂੰ ਦੇਖ ਕੇ ਉਸਨੇ ਕਿਹਾ ਕਿ ਅੱਜ ਦਫ਼ਤਰ ਤੋਂ ਜਲਦੀ ਆ ਜਾਇਓ, ਅਸੀਂ ਸੈਰ ਕਰਨ ਲਈ ਬਾਹਰ ਜਾਵਾਂਗੇ। ਪਰ ਅੱਜ ਮੈਂ ਉਸ ਨੂੰ ਸਾਫ਼-ਸਾਫ਼ ਕਿਹਾ ਕਿ ਮੇਰਾ ਕਿਤੇ ਜਾਣ ਦਾ ਕੋਈ ਇਰਾਦਾ ਨਹੀਂ ਹੈ। ਮੇਰਾ ਦਿਲ ਉਸ ਨੂੰ ਪੁੱਛਣਾ ਚਾਹੁੰਦਾ ਸੀ ਕਿ ਉਸਨੇ ਮੈਨੂੰ ਇੰਨਾ ਵੱਡਾ ਧੋਖਾ ਕਿਉਂ ਦਿੱਤਾ, ਪਰ ਮੈਂ ਜਲਦਬਾਜ਼ੀ ਵਿੱਚ ਅਜਿਹਾ ਕੁਝ ਨਹੀਂ ਕਰਨਾ ਚਾਹੁੰਦਾ ਸੀ ਜੋ ਗਲਤ ਹੋ ਸਕਦਾ ਹੈ। ਇਸ ਲਈ ਮੈਂ ਉਸਦੇ ਚਿਹਰੇ ਵੱਲ ਨਹੀਂ ਦੇਖਿਆ, ਕਿਉਂਕਿ ਅੱਜ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ। ਉਸ ਨੂੰ ਕੁਝ ਸਮਝ ਨਹੀਂ ਆਇਆ, ਕਿਉਂਕਿ ਬੀਤੀ ਰਾਤ ਤੱਕ ਸਾਡੇ ਵਿਚਕਾਰ ਸਭ ਕੁਝ ਠੀਕ ਸੀ। ਇਸ ਲਈ ਉਹ ਨਹੀਂ ਜਾਣ ਸਕੀ ਕਿ ਮੇਰਾ ਵਤੀਰਾ ਅਚਾਨਕ ਕਿਉਂ ਬਦਲ ਗਿਆ। ਉਸ ਨੂੰ ਇਹ ਨਹੀਂ ਪਤਾ ਸੀ ਕਿ ਬੀਤੀ ਰਾਤ ਮੈਂ ਸੋ ਨਹੀਂ ਰਿਹਾ ਸੀ, ਬਲਕਿ ਜਾਗਦਾ ਸੀ। ਅਸੀਂ ਅਕਸਰ ਬਾਹਰ ਚਲੇ ਜਾਂਦੇ ਸੀ ਸੈਰ ਕਰਨ ਲਈ। ਉਹਦੀ ਕੋਈ ਵੀ ਬੇਨਤੀ ਤੁਰੰਤ ਪੂਰੀ ਕਰ ਦਿੰਦਾ ਸੀ। ਪਰ ਬੀਤੀ ਰਾਤ ਸਭ ਕੁਝ ਬਦਲਣ ਤੋਂ ਬਾਅਦ ਮੈਂ ਉਸ ਨੂੰ ਕਿਹਾ ਕਿ ਮੈਨੂੰ ਦਫ਼ਤਰ ਲਈ ਦੇਰ ਹੋ ਰਹੀ ਹੈ। ਮੈਂ ਬਹੁਤ ਹੀ ਰੁੱਖੇ ਢੰਗ ਨਾਲ ਉਸ ਨੂੰ ਅਲਵਿਦਾ ਕਹਿ ਕੇ ਦਫ਼ਤਰ ਚਲਾ ਗਿਆ। ਅੱਜ ਤੋਂ ਪਹਿਲਾਂ ਮੈਂ ਉਸ ਨਾਲ ਬਹੁਤ ਪਿਆਰ ਨਾਲ ਗੱਲ ਕਰਦਾ ਸੀ, ਪਰ ਅੱਜ ਮੇਰਾ ਦਿਲ ਨਹੀਂ ਸੀ ਗੱਲ ਕਰਨ ਦਾ। ਰਾਤ ਦਾ ਸੀਨ ਹਜੇ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮ ਰਿਹਾ ਸੀ, ਅਤੇ ਮੈਂ ਸੋਚ ਰਿਹਾ ਸੀ ਕਿ ਮੇਰੇ ਪਿਆਰ ਵਿੱਚ ਕੀ ਕਮੀ ਸੀ ਕਿ ਸ਼ਿਲਪਾ ਇਸ ਹੱਦ ਤੱਕ ਡਿੱਗ ਪਈ। ਮੈਂ ਗੁੱਸੇ ਵਿੱਚ ਬਹੁਤ ਤੇਜ਼ੀ ਨਾਲ ਗੱਡੀ ਚਲਾਉਂਦਾ ਹੋਇਆ ਦਫ਼ਤਰ ਪਹੁੰਚਿਆ। ਮੈਂ ਆਪਣੇ ਸਹਾਇਕ ਨੂੰ ਕਿਹਾ ਕਿ ਅੱਜ ਦੀ ਸਾਰੀ ਮੀਟਿੰਗ ਰੱਦ ਕਰ ਦਿਓ, ਮੇਰੀ ਤਬੀਅਤ ਠੀਕ ਨਹੀਂ ਹੈ। ਹੁਣ ਮੈਂ ਸੋਚ ਰਿਹਾ ਸੀ ਕਿ ਅੱਗੇ ਕੀ ਕਰੀਏ, ਕਿਵੇਂ ਲਿਆਵਾਂ ਸੱਚ ਸਭ ਦੇ ਸਾਹਮਣੇ, ਕਿਉਂਕਿ ਮੇਰੀ ਮਾਂ
ਮੇਰੀ ਪਤਨੀ ਨੂੰ ਬਹੁਤ ਪਿਆਰ ਕਰਦੀ ਸੀ, ਇਸ ਲਈ ਉਹ ਕਦੇ ਵੀ ਮੇਰੀ ਇਸ ਗੱਲ 'ਤੇ ਭਰੋਸਾ ਨਹੀਂ ਕਰੇਗੀ। ਮੈਂ ਅਜੀਬ ਉਲਝਣ ਵਿੱਚ ਸੀ। ਮੈਨੂੰ ਆਪਣੀ ਪਤਨੀ ਦੇ ਮੂੰਹੋਂ ਸਾਰਾ ਸੱਚ ਆਪਣੇ ਸਾਹਮਣੇ ਤੇ ਮਾਂ ਦੇ ਸਾਹਮਣੇ ਕਢਾਉਣਾ ਚਾਹੁੰਦਾ ਸੀ। ਮੇਰੀ ਪਤਨੀ ਸ਼ਿਲਪਾ ਮੇਰੀ ਮਾਂ ਦੀ ਪਸੰਦ ਸੀ, ਜਿਸ ਕਾਰਨ ਉਹ ਮੇਰੀ ਜ਼ਿੰਦਗੀ ਵਿੱਚ ਆਈ ਸੀ। ਉਹ ਮੇਰੀ ਮਾਂ ਦੇ ਦੋਸਤ ਦੀ ਧੀ ਸੀ ਅਤੇ ਉਹ ਉਸ ਨੂੰ ਜਾਨ ਤੋਂ ਵੱਧ ਪਿਆਰ ਕਰਦੀ ਸੀ। ਇਸ ਲਈ ਵਿਆਹ ਤੋਂ ਬਾਅਦ ਮੈਂ ਵੀ ਸ਼ਿਲਪਾ ਨੂੰ ਪਿਆਰ ਕਰਨ ਲੱਗ ਪਿਆ ਸੀ। ਪਰ ਹੁਣ ਮੈਨੂੰ ਪਤਾ ਲੱਗਾ ਕਿ ਪਿਆਰ ਸਿਰਫ ਇੱਕ ਤਰਫਾ ਹੁੰਦਾ ਹੈ। ਸ਼ਿਲਪਾ ਮੈਨੂੰ ਪਿਆਰ ਕਰਨਾ, ਮੇਰੀ ਦੇਖਭਾਲ ਕਰਨਾ, ਮੇਰੇ ਸਾਹਮਣੇ ਘੁੰਮਣਾ ਸਿਰਫ ਧੋਖਾ ਸੀ ਅਤੇ ਇਹ ਤਾਂ ਇੱਕ ਠੱਗੀ ਸੀ। ਹੁਣ ਮੈਨੂੰ ਸਮਝ ਆ ਗਈ ਹੈ। ਮੇਰਾ ਨਾਮ ਅਮਰ ਹੈ। ਜਦੋਂ ਮੈਂ 25 ਕੁ ਸਾਲ ਦਾ ਜਵਾਨ ਸੀ ਤਾਂ ਅਚਾਨਕ ਇੱਕ ਦਿਨ ਮੇਰੀ ਮਾਂ ਮੇਰੇ ਕਮਰੇ ਵਿੱਚ ਆਈ ਅਤੇ ਕਹਿਣ ਲੱਗੀ, ਪੁੱਤ ਜੇ ਤੂੰ ਮੈਨੂੰ ਪਿਆਰ ਕਰਦਾ ਹੈ ਤਾਂ ਬਿਨਾਂ ਮੇਰੇ ਫੈਸਲੇ ਦੇ ਸਵਾਲ ਉਠਾਉਂਦੇ ਹੋਏ ਮੇਰੀ ਗੱਲ ਮੰਨੇਗਾ। ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ, ਕਿਉਂਕਿ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਪਾਲਣ ਲਈ ਬਹੁਤ ਮਿਹਨਤ ਕੀਤੀ। ਮੇਰੇ ਲਈ ਉਹ ਮੇਰੇ ਪਿਤਾ ਦੇ ਨਾਲ ਨਾਲ ਮੇਰੀ ਮਾਂ ਵੀ ਸੀ। ਮਾਂ ਦੇ ਵਿਰੁੱਧ ਜਾਣ ਬਾਰੇ ਸੋਚ ਵੀ ਨਹੀਂ ਸਕਦਾ ਸੀ। ਇਸ ਲਈ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਨੂੰ ਤੁਹਾਡਾ ਹਰ ਫੈਸਲਾ ਮਨਜ਼ੂਰ ਹੈ। ਮਾਂ ਕਹਿਣ ਲੱਗੀ ਕਿ ਉਹਨਾਂ ਨੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਹੈ ਅਤੇ 1 ਹਫ਼ਤੇ ਬਾਅਦ ਵਿਆਹ ਕਰ ਲਵਾਂਗਾ। ਮਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ। ਮੈਂ ਬਹੁਤ ਦੇਰ ਤੱਕ ਚੁੱਪ ਖੜਾ ਰਿਹਾ ਅਤੇ ਸੋਚਣ ਲੱਗਾ ਕਿ ਮਾਂ ਨੂੰ ਇੰਨੀ ਜਲਦੀ ਕੁੜੀ ਕਿੱਥੋਂ ਮਿਲ ਗਈ ਅਤੇ ਮੈਨੂੰ ਦੱਸੇ ਬਿਨਾਂ ਉਸਨੇ ਮੇਰਾ ਰਿਸ਼ਤਾ ਤੈਅ ਕਰ ਲਿਆ। ਮੇਰੀ ਜ਼ਿੰਦਗੀ ਵਿੱਚ ਮਾਂ ਤੋਂ ਇਲਾਵਾ ਕੋਈ ਨਹੀਂ ਸੀ। ਪਰ ਫਿਰ ਮਾਂ ਨੇ ਖੁਦ ਦੱਸਿਆ ਕਿ ਉਸਦੇ ਦੋਸਤ ਦੀ ਧੀ ਬਹੁਤ ਵਧੀਆ ਕੁੜੀ ਹੈ। ਮੈਂ ਆਪਣੀ ਮਾਂ ਦੇ ਕਿਸੇ ਦੋਸਤ ਬਾਰੇ ਨਹੀਂ ਸੁਣਿਆ ਸੀ। ਅੱਜ ਅਚਾਨਕ ਮਾਂ ਨੇ ਮੈਨੂੰ ਆਪਣੇ ਬਚਪਨ ਦੇ ਦੋਸਤ ਬਾਰੇ ਦੱਸਣ ਲੱਗੀ। ਇਹ ਦੋਸਤ ਪੁਰਾਣੇ ਸਮਿਆਂ ਤੋਂ ਉਸਦੇ ਨਾਲ ਸੀ। ਅੱਜ ਬਹੁਤ ਸਮੇਂ ਬਾਅਦ ਮਾਂ ਨੂੰ ਮਿਲੀ ਸੀ। ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਬਾਅਦ ਵਿੱਚ ਮਾਂ ਨੂੰ ਆਪਣੀ ਸਹੇਲੀ ਲੱਭੀ ਇੰਨੇ ਦੇਰ ਤੋਂ ਕਿੱਥੇ ਸੀ ਅਤੇ ਮੇਰਾ ਰਿਸ਼ਤਾ ਉਸਦੀ ਧੀ ਨਾਲ ਕਰਨ ਲਈ ਮੰਨ ਗਈ। ਮੈਂ ਆਪਣੀ ਮਾਂ ਨੂੰ ਕਿਹਾ ਕਿ ਚਲੋ ਵਿਆਹ ਲਈ ਕੁਝ ਸਮਾਂ ਲਓ, ਪਰ ਮਾਂ ਨੇ ਮੇਰੀ ਇੱਕ ਨਾ ਸੁਣੀ ਅਤੇ ਵਿਆਹ ਲਈ ਇੰਨਾ ਜ਼ੋਰ ਪਾਇਆ ਕਿ ਮੈਂ ਵਿਆਹ ਲਈ ਹਾਂ ਕਰ ਦਿੱਤੀ। ਸ਼ਿਲਪਾ ਨੂੰ ਦੇਖੇ ਬਿਨਾਂ ਹੀ ਸਾਡਾ ਵਿਆਹ ਹੋ ਗਿਆ। ਉਹ ਵਿਆਹ ਦੀ ਰਾਤ ਮੇਰੇ ਘਰ ਆਈ ਸੀ ਜਦੋਂ ਮੈਂ ਉਸ ਨੂੰ ਪਹਿਲੀ ਵਾਰ ਦੇਖਿਆ ਸੀ। ਉਹ ਬਹੁਤ ਸੁੰਦਰ ਵੀ ਨਹੀਂ ਸੀ। ਮੈਂ ਉਸ ਵਿੱਚ ਕੁਝ ਖਾਸ ਨਹੀਂ ਦੇਖਿਆ। ਮਾਂ ਨੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰ ਲਿਆ। ਮਾਂ ਦੀ ਸਹੇਲੀ ਬਿਮਾਰ ਸੀ, ਇਸ ਲਈ ਉਹ ਚਾਹੁੰਦੀ ਸੀ ਕਿ ਉਸ ਦੀ ਧੀ ਦਾ ਵਿਆਹ ਉਸ ਦੀ ਜ਼ਿੰਦਗੀ ਵਿੱਚ ਹੀ ਹੋਵੇ। ਮੇਰੇ ਦੋਸਤ ਦੀ ਆਖਰੀ ਇੱਛਾ ਪੂਰੀ ਕਰਨ ਲਈ ਮੇਰੀ ਮਾਂ ਨੇ ਮੇਰਾ ਵਿਆਹ ਸ਼ਿਲਪਾ ਨਾਲ ਕਰਵਾ ਦਿੱਤਾ। ਪਰ ਸ਼ਾਇਦ ਉਹਨਾਂ ਦੀ ਜਲਦਬਾਜ਼ੀ ਦਾ ਅਸਲ ਕਾਰਨ ਕੁਝ ਹੋਰ ਹੀ ਸੀ, ਜਿਸ ਕਾਰਨ 1 ਹਫ਼ਤੇ ਦੇ ਅੰਦਰ ਹੀ ਉਸ ਦੀ ਮਾਂ ਨੇ ਮੇਰੇ ਨਾਲ ਉਸ ਦਾ ਵਿਆਹ ਕਰਵਾ ਦਿੱਤਾ ਸੀ। ਅਤੇ ਹੁਣ ਮੈਨੂੰ ਸਮਝ ਆ ਗਈ ਹੈ ਕਿ ਮੇਰੀ ਪਤਨੀ ਮੇਰੇ ਘਰ ਵਿੱਚ ਇੰਨਾ ਕੁਝ ਕਰ ਸਕਦੀ ਹੈ ਤਾਂ ਉਹ ਆਪਣੀ ਮਾਂ ਦੇ ਘਰ ਵਿੱਚ ਕੀ ਕੁਝ ਨਹੀਂ ਕਰ ਰਹੀ ਹੋਵੇਗੀ। ਸ਼ਿਲਪਾ ਘਰ ਵਿੱਚ ਇਕੱਲੀ ਸੀ। ਉਸ ਦੀ ਬਿਮਾਰ ਮਾਂ ਇਕੱਲੀ ਸੀ। ਉਹ ਵੀ ਮੇਰੇ ਵਰਗੀ ਇਕੱਲੀ ਸੀ। ਸ਼ਿਲਪਾ ਦੀ ਮਾਂ ਨੇ ਦੱਸਿਆ ਕਿ ਜਦੋਂ ਉਹ 5 ਸਾਲ ਦੀ ਸੀ ਤਾਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਮੈਂ ਸ਼ਿਲਪਾ ਨਾਲ ਆਪਣਾ ਰਿਸ਼ਤਾ ਬਹੁਤ ਪਿਆਰ ਅਤੇ ਇਮਾਨਦਾਰੀ ਨਾਲ ਸ਼ੁਰੂ ਕੀਤਾ ਸੀ। ਉਹ ਹਮੇਸ਼ਾ ਮੇਰੀ ਮਾਂ ਦਾ ਬਹੁਤ ਖਿਆਲ ਰੱਖਦੀ ਸੀ। ਸ਼ਿਲਪਾ ਨੇ ਪੂਰੇ ਘਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਸੀ। ਉਸ ਦੇ ਆਉਣ ਤੋਂ ਬਾਅਦ ਧੀ ਦੀ ਕਮੀ ਜੋ ਮੇਰੀ ਮਾਂ ਨੂੰ ਮਹਿਸੂਸ ਹੁੰਦੀ ਸੀ, ਉਹ ਪੂਰੀ ਹੋ ਗਈ ਸੀ। ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਸੀ ਕਿ ਮੇਰੀ ਪਤਨੀ ਨੇ ਸਾਡੀ ਜ਼ਿੰਦਗੀ ਵਿੱਚ ਆਪਣੀ ਜਗ੍ਹਾ ਬਹੁਤ ਵਧੀਆ ਤਰੀਕੇ ਨਾਲ ਬਣਾਈ ਹੈ। ਪਰ ਹੁਣ ਇਹੀ ਗੱਲ ਮੈਨੂੰ ਪਰੇਸ਼ਾਨ ਕਰ ਰਹੀ ਸੀ, ਕਿਉਂਕਿ ਭਾਵੇਂ ਮੈਂ ਚਾਹੁੰਦਾ ਸੀ ਪਰ ਮੈਂ ਆਪਣੀ ਮਾਂ ਦੇ ਸਾਹਮਣੇ ਉਸ ਨਾਲ ਦੁਰਵਿਵਹਾਰ ਨਹੀਂ ਕਰ ਸਕਦਾ ਸੀ, ਜਦੋਂ ਕਿ ਉਸਨੇ ਮੇਰੇ ਨਾਲ ਜ਼ੁਲਮ ਕੀਤਾ ਸੀ। ਜੇ ਮੈਂ ਆਪਣੀ ਮਾਂ ਨੂੰ ਦੱਸਿਆ ਹੁੰਦਾ ਕਿ ਮੈਂ ਅੱਧੀ ਰਾਤ ਨੂੰ ਉਸ ਦੀ ਨੂੰਹ ਨੂੰ ਕਿਸ ਹਾਲਤ ਵਿੱਚ ਦੇਖਿਆ ਸੀ ਤਾਂ ਉਹ ਸ਼ਾਇਦ ਮੇਰੇ ਮੂੰਹ ਤੇ ਥੱਪੜ ਮਾਰ ਦਿੰਦੀ। ਉਹ ਆਦਮੀ ਦੇ ਨਾਲ ਸੋਫੇ ਤੇ ਬੈਠੀ ਸੀ। ਹੁਣ ਮੈਨੂੰ ਸਮਝ ਆਈ ਕਿ ਉਹ ਆਪਣੇ ਨਾਨਕੇ ਘਰ ਕਿਉਂ ਨਹੀਂ ਸੀ ਜਾਣਾ ਚਾਹੁੰਦੀ। ਵਿਆਹ ਤੋਂ ਬਾਅਦ ਸ਼ਿਲਪਾ ਉਸਦੇ ਘਰ ਬਹੁਤ ਘੱਟ ਜਾਂਦੀ ਸੀ। ਮੈਨੂੰ ਬਾਰ-ਬਾਰ ਫੋਨ ਕਰਕੇ ਪੁੱਛਦੇ ਕਿ ਆਪਣੀ ਧੀ ਨੂੰ ਮਿਸ ਕਰ ਰਹੀ ਹਾਂ, ਉਸ ਨੂੰ ਮਿਲਣ ਲਈ ਲੈ ਕੇ ਆਓ। ਪਰ ਜਦੋਂ ਵੀ ਮੈਂ ਸ਼ਿਲਪਾ ਨੂੰ ਆਪਣੀ ਮਾਂ ਨੂੰ ਮਿਲਣ ਜਾਣ ਲਈ ਕਹਿੰਦਾ ਹਾਂ ਤਾਂ ਉਹ ਹਮੇਸ਼ਾ ਇਨਕਾਰ ਕਰ ਦਿੰਦੀ ਹੈ। ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਮਿਲਣ ਤੋਂ ਕਿਵੇਂ ਇਨਕਾਰ ਕਰ ਸਕਦੀ ਸੀ। ਧੀਆਂ ਵਿਆਹ ਤੋਂ ਬਾਅਦ ਆਪਣੇ ਮਾਤਾ-ਪਿਤਾ ਨੂੰ ਮਿਲਣ ਦੇ ਬਹਾਨੇ ਲੱਭਦੀਆਂ ਹਨ, ਪਰ ਸ਼ਿਲਪਾ ਹਮੇਸ਼ਾ ਕਿਸੇ ਨਾ ਕਿਸੇ ਗੱਲ ਦਾ ਬਹਾਨਾ ਬਣਾਉਂਦੀ ਸੀ ਅਤੇ ਕਹਿੰਦੀ ਕਿ ਮੈਂ ਬਾਅਦ ਵਿੱਚ ਜਾਵਾਂਗੀ ਅਤੇ ਹਫ਼ਤਾ ਇਸ ਤਰ੍ਹਾਂ ਲੰਘ ਜਾਂਦਾ। ਜਦੋਂ ਉਸ ਦੀ ਮਾਂ ਮੈਨੂੰ ਬਹੁਤ ਬੁਲਾਉਂਦੀ ਸੀ ਅਤੇ ਮੈਨੂੰ ਦੱਸਦੀ ਸੀ, ਮੈਂ ਸ਼ਿਲਪਾ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਂਦਾ।
ਥੋੜ੍ਹੇ ਸਮੇਂ ਵਿੱਚ ਉਹ ਆਪਣੀ ਮਾਂ ਨੂੰ ਮਿਲਣ ਤੋਂ ਬਾਅਦ ਵਾਪਸ ਆਉਣ ਦੀ ਜਿੱਦ ਕਰਦੀ। ਸ਼ਾਇਦ ਉਸ ਨੂੰ ਆਪਣੇ ਸਹੁਰੇ ਦੀਆਂ ਜ਼ਿੰਮੇਵਾਰੀਆਂ ਦੀ ਚਿੰਤਾ ਹੁੰਦੀ ਹੈ, ਇਸ ਲਈ ਉਹ ਆਪਣੀ ਮਾਂ ਨੂੰ ਮਿਲਣ ਘੱਟ ਹੀ ਜਾਂਦੀ ਹੈ। ਪਰ ਅਸਲ ਕਾਰਨ ਮੈਨੂੰ ਹੁਣ ਸਮਝ ਆ ਗਿਆ ਸੀ ਕਿ ਮੇਰੇ ਘਰ ਵਿੱਚ ਉਹਦੀ ਅਯਾਸ਼ੀ ਆਸਾਨੀ ਨਾਲ ਪੂਰੀ ਹੋ ਰਹੀ ਸੀ। ਸੋ ਇਸ ਤੋਂ ਬਾਅਦ ਕੀ ਹੋਇਆ, ਵੇਖਦੇ ਹਾਂ ਗਾਇਸ ਅਗਲੇ ਭਾਗ ਵਿੱਚ। ਧੰਨਵਾਦ।